ਇਹ ਜੀ ਸੁਣਦੇ ਹੋ, ਮੇਰੇ ਮਨ ਵਿੱਚ ਇੱਕ ਖਿਆਲ ਆਇਆ ਹੈ। ਕੱਲ੍ਹ ਪਿਤਾ ਜੀ ਨੂੰ ਸਵਰਗ ਸਿਧਾਰੇ 1 ਮਹੀਨਾ ਹੋ ਜਾਵੇਗਾ। ਕਿਉਂ ਨਾ ਅਸੀਂ ਸਭ ਕੱਲ੍ਹ ਪਿੰਡ ਚੱਲੀਏ। ਸੋਨੀਆ ਨੇ ਕਿਹਾ ਤਾਂ ਸ਼ੇਵ ਕਰਦਾ ਪ੍ਰਮੋਦ ਅਚਾਨਕ ਚੌਂਕ ਗਿਆ ਅਤੇ ਆਪਣੇ ਗਲੇ ਪਰ ਕੱਟ ਲਗਾ ਬੈਠਾ। ਉਸਦੀ ਹੈਰਾਨੀ ਜਦ ਜ਼ਿਆਦਾ ਵੱਧ ਗਈ ਜਦ ਸੋਨੀਆ ਨੇ ਕਿਹਾ, ਮੈਨੂੰ ਤਾਂ ਬੜੀ ਚਿੰਤਾ ਹੋ ਰਹੀ ਹੈ ਮਾਂ ਜੀ ਦੀ। ਪਤਾ ਨਹੀਂ ਬੇਚਾਰੀ ਇਕੱਲੀ ਉੱਥੇ ਕਿਵੇਂ ਰਹਿੰਦੀ ਹੋਣਗੀ। ਆਖਰਕਾਰ ਇਸ ਉਮਰ ਵਿੱਚ ਇਕੱਲੇ ਰਹਿਣਾ ਆਸਾਨ ਥੋੜ੍ਹੀ ਨਾ ਹੈ। ਆਪਣੀ ਪਤਨੀ ਦੀ ਗੱਲ ਸੁਣ ਕੇ ਪ੍ਰਮੋਦ ਉਸ ਨੂੰ ਦੇਖਦਾ ਹੀ ਰਹਿ ਗਿਆ ਅਤੇ ਬੋਲਿਆ, ਇਹ ਅਚਾਨਕ ਉਲਟੀ ਗੰਗਾ ਕਿਵੇਂ ਵਹਿਣ ਲੱਗੀ? ਮੇਰਾ ਮਤਲਬ ਹੈ ਕਿ ਆਖਿਰ ਚੱਲ ਕਿਆ ਰਿਹਾ ਹੈ ਤੇਰੇ ਦਿਮਾਗ ਵਿੱਚ? ਮੇਰੀ ਮਾਂ ਦੀ ਇੰਨੀ ਫਿਕਰ ਹੋਣ ਲੱਗੀ ਹੈ ਤੈਨੂੰ? ਵੈਸੇ ਤਾਂ ਉਹ ਫੂਟੀ ਅੱਖ ਨਹੀਂ ਸੁਹਾਂਦੀ ਸੀ ਤੈਨੂੰ। ਇਹ ਜੀ ਪਹਿਲਾਂ ਅਤੇ ਅੱਜ ਵਿੱਚ ਬਹੁਤ ਫਰਕ ਹੈ। ਪਹਿਲਾਂ ਤਾਂ ਮਾਂ ਪਿਤਾ ਜੀ ਇਕੱਠੇ ਰਹਿੰਦੇ ਸੀ, ਇੱਕ ਦੂਜੇ ਦਾ ਖਿਆਲ ਰੱਖਦੇ ਸੀ, ਪਰ ਹੁਣ ਤਾਂ ਪਿਤਾ ਜੀ ਵੀ ਨਹੀਂ ਹਨ ਉਹਨਾਂ ਦਾ ਖਿਆਲ ਰੱਖਣੇ ਦੇ ਲਈ। ਬੁਢਾਪੇ ਵਿੱਚ ਕੋਈ ਬਿਮਾਰੀ ਜਾਂ ਮੁਸੀਬਤ ਪੈ ਜਾਵੇ ਤਾਂ ਉੱਥੇ ਕੌਣ ਸੰਭਾਲੇਗਾ? ਤੁਹਾਨੂੰ ਤਾਂ ਪਤਾ ਹੀ ਹੈ ਕਿ ਸਾਡੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਕਿਆ ਗੱਲਾਂ ਬਣਾਉਣਗੇ ਸਾਡੇ ਬਾਰੇ ਵਿੱਚ। ਕੀ ਮੈਂ ਆਪਣੀ ਬੇਚਾਰੀ ਬੁੱਢੀ ਸੱਸ ਦਾ ਇਸ ਹਾਲ ਵਿੱਚ ਖਿਆਲ ਵੀ ਨਹੀਂ ਰੱਖ ਸਕਦੀ? ਨਾ ਬਾਬਾ ਨਾ, ਐਸੀ ਗੱਲਾਂ ਮੈਂ ਤਾਂ ਨਹੀਂ ਸੁਣ ਸਕਦੀ। ਤੁਸੀਂ ਜਲਦੀ ਨਾਲ ਜਾ ਕੇ ਮਾਂ ਜੀ ਨੂੰ ਲੈ ਆਓ। ਇਹ ਕਹਿ ਕੇ ਸੋਨੀਆ ਤਾਂ ਉੱਥੇ ਤੋਂ ਚਲੀ ਗਈ, ਪਰ ਪ੍ਰਮੋਦ ਹੁਣ ਤੱਕ ਹੱਕਾ ਬੱਕਾ ਖੜਾ ਸੀ। ਉਹ ਸੋਚਣ ਲੱਗਾ, ਹੁਣੇ ਜੋ ਔਰਤ ਖੜੀ ਸੀ ਉਹ ਮੇਰੀ ਪਤਨੀ ਸੋਨੀਆ ਹੀ ਸੀ ਜਾਂ ਉਸਦੀ ਸ਼ਕਲ ਦੀ ਕੋਈ ਦੂਜੀ ਔਰਤ? ਕਿਉਂਕਿ ਮੇਰੀ ਪਤਨੀ ਤਾਂ ਐਸੀ ਗੱਲਾਂ ਕਦੀ ਸੁਪਨੇ ਵਿੱਚ ਵੀ ਮੂੰਹ ਤੋਂ ਨਹੀਂ ਕੱਢ ਸਕਦੀ ਸੀ। ਮੇਰੀ ਮਾਂ ਦੇ ਲਈ ਇੰਨੀ ਚਿੰਤਾ, ਪਰੰਤੂ ਫਿਰ ਇਹ ਸੋਚ ਕੇ ਮਨ ਹੀ ਮਨ ਮੁਸਕਰਾ ਉੱਠਿਆ ਕਿ ਸਮੇਂ ਦੇ ਨਾਲ ਉਸਦੀ ਪਤਨੀ ਵਿੱਚ ਕਿੰਨਾ ਪਰਿਵਰਤਨ ਆ ਗਿਆ ਹੈ। ਜੋ ਗੱਲ ਉਸਨੇ ਕਹੀ ਉਸ ਵਿੱਚ ਕੁਝ ਗਲਤ ਤਾਂ ਨਹੀਂ ਕਿਹਾ। ਐਸਾ ਸੋਚ ਕੇ ਉਸਨੇ ਆਪਣੀ ਮਾਂ ਨੂੰ ਫੋਨ ਲਗਾਇਆ। ਹੈਲੋ ਮਾਂ, ਤੁਸੀਂ ਕਿਵੇਂ ਹੋ? ਤਬੀਅਤ ਤਾਂ ਠੀਕ ਹੈ ਨਾ ਮਾਂ? ਉਹ ਅਸੀਂ ਲੋਕ ਸੋਚ ਰਹੇ ਸੀ ਕਿ ਪਿਤਾ ਜੀ ਤਾਂ ਹੁਣ ਤੁਹਾਡੇ ਨਾਲ ਹੈ ਨਹੀਂ, ਤਾਂ ਤੁਸੀਂ ਕਿੰਨੇ ਦਿਨ ਇਕੱਲੀ ਰਹੋਗੀ ਅਤੇ ਨੌਕਰਾਂ ਦੇ ਭਰੋਸੇ ਕਦ ਤੱਕ ਰਿਹਾ ਜਾ ਸਕਦਾ ਹੈ? ਕਿਉਂ ਨਾ ਤੁਸੀਂ ਸਾਡੇ ਨਾਲ ਇੱਥੇ ਆ ਕੇ ਰਹੋ। ਆਪਣੇ ਪੁੱਤ ਦੀ ਗੱਲ ਸੁਣ ਕੇ ਸ਼ਾਰਦਾ ਜੀ ਬੋਲੀ, ਪੁੱਤ ਪ੍ਰਮੋਦ, ਮੈਂ ਜਾਣਦੀ ਹਾਂ ਤੈਨੂੰ ਮੇਰੀ ਕਿੰਨੀ ਚਿੰਤਾ ਹੈ। ਬਹੁਤ ਖਿਆਲ ਰੱਖਦੇ ਹੋ ਤੁਸੀਂ ਮੇਰਾ, ਪਰੰਤੂ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ਤੇਰੀ ਪਤਨੀ ਸੋਨੀਆ ਦਾ ਵਿਵਹਾਰ ਮੇਰੇ ਲਈ ਚੰਗਾ ਨਹੀਂ ਹੈ। ਤੇਰੇ ਪਿਤਾ ਜੀ ਦੀ ਪੈਨਸ਼ਨ ਤਾਂ ਮੈਨੂੰ ਮਿਲਦੀ ਹੀ ਹੈ ਅਤੇ ਇਸ ਉਮਰ ਵਿੱਚ ਮੈਂ ਸਨਮਾਨ ਨਾਲ ਜਿਉਣਾ ਚਾਹੁੰਦੀ ਹਾਂ। ਇਸ ਲਈ ਬਿਹਤਰ ਹੋਵੇਗਾ ਕਿ ਤੂੰ ਮੈਨੂੰ ਇੱਥੇ ਰਹਿਣ ਦੇ। ਮਾਂ ਦੇ ਮੂੰਹ ਤੋਂ ਪੈਨਸ਼ਨ ਦੀ ਗੱਲ ਸੁਣ ਕੇ ਪ੍ਰਮੋਦ ਦਾ ਦਿਮਾਗ ਠਣਕਿਆ। ਸੋਚਣ ਲੱਗਾ ਕਿ ਕਿਤੇ ਸੋਨੀਆ ਮਾਂ ਨੂੰ ਮਿਲਣ ਵਾਲੀ ਪੈਨਸ਼ਨ ਦੇ ਪੈਸਿਆਂ ਦੇ ਲਾਲਚ ਵਿੱਚ ਤਾਂ ਉਸਦੀ ਮਾਂ ਨੂੰ ਆਪਣੇ ਕੋਲ ਨਹੀਂ ਬੁਲਾ ਰਹੀ। ਨਹੀਂ, ਸੋਨੀਆ ਇੰਨੀ ਵੀ ਬੁਰੀ ਨਹੀਂ ਹੋ ਸਕਦੀ। ਆਪਣੇ ਮਨ ਨੂੰ ਸਮਝਾਉਂਦੇ ਹੋਏ ਪ੍ਰਮੋਦ ਆਪਣੀ ਮਾਂ ਨੂੰ ਕਹਿਣ ਲੱਗਾ, ਮਾਂ, ਤੁਹਾਡੇ ਇਕੱਲੇਪਨ ਵਿੱਚ ਮੈਂ ਤੁਹਾਡਾ ਸਾਥ ਦੇਣਾ ਚਾਹੁੰਦਾ ਹਾਂ। ਮੈਂ ਯਕੀਨ ਦਿਵਾਉਂਦਾ ਹਾਂ ਕਿ ਇੱਥੇ ਤੁਹਾਡੀ ਇੱਜ਼ਤ ਵਿੱਚ ਕੋਈ ਕਮੀ ਨਹੀਂ ਹੋਵੇਗੀ ਅਤੇ ਜਿੱਥੇ ਤੱਕ ਸਵਾਲ ਹੈ ਤੁਹਾਡੀ ਨੂੰਹ ਦਾ, ਤਾਂ ਇਹ ਤੁਹਾਡੀ ਨੂੰਹ ਦੀ ਹੀ ਸੋਚ ਹੈ ਕਿ ਹੁਣ ਸਾਨੂੰ ਤੁਹਾਡਾ ਧਿਆਨ ਰੱਖਣਾ ਚਾਹੀਦਾ। ਉਸਦਾ ਵਿਵਹਾਰ ਬਿਲਕੁਲ ਬਦਲ ਗਿਆ ਹੈ। ਹੁਣ ਉਸ ਨੂੰ ਤੁਹਾਡੀ ਚਿੰਤਾ ਹੁੰਦੀ ਹੈ। ਪੁੱਤ ਦੀ ਗੱਲ ਸੁਣ ਕੇ ਸ਼ਾਰਦਾ ਜੀ ਬੋਲੀ, ਪੁੱਤ, ਇਹ ਤਾਂ ਬਹੁਤ ਚੰਗੀ ਗੱਲ ਹੈ। ਚਲੋ ਚੰਗਾ ਹੈ, ਘੱਟ ਤੋਂ ਘੱਟ ਉਸਨੇ ਮੇਰੇ ਬਾਰੇ ਵਿੱਚ ਸੋਚਿਆ ਤਾਂ।
ਇਸ ਤੋਂ ਜ਼ਿਆਦਾ ਇੱਕ ਬੁੱਢੀ ਮਾਂ ਹੋਰ ਕੀ ਮੰਗਦੀ ਹੈ। ਫਿਰ ਪ੍ਰਮੋਦ ਬੋਲਿਆ, ਮਾਂ ਜੀ ਹੁਣ ਇਹ ਫੈਸਲਾ ਹੋ ਗਿਆ ਕਿ ਤੁਸੀਂ ਸਾਡੇ ਨਾਲ ਹੀ ਰਹੋਗੀ। ਆਖਿਰ ਤੁਹਾਨੂੰ ਵੀ ਤਾਂ ਆਪਣੇ ਪੋਤਾ ਪੋਤੀ ਦੇ ਨਾਲ ਸਮੇਂ ਬਿਤਾਉਣੇ ਦਾ, ਲਾਡ ਲਡਾਉਣੇ ਦਾ ਮੌਕਾ ਮਿਲਣਾ ਚਾਹੀਦਾ। ਫਿਰ ਉਹਨਾਂ ਨੂੰ ਵੀ ਤਾਂ ਤੁਹਾਡੀ ਜ਼ਰੂਰਤ ਹੈ। ਦਾਦਾ ਦਾਦੀ ਹੀ ਤਾਂ ਪੋਤਾ ਪੋਤੀ ਨੂੰ ਸੰਸਕਾਰ ਦਿੰਦੇ ਹਨ। ਉਸੇ ਸਮੇਂ ਸੋਨੀਆ ਵੀ ਆਪਣੇ ਕਮਰੇ ਤੋਂ ਬਾਹਰ ਆਈ ਅਤੇ ਪ੍ਰਮੋਦ ਤੋਂ ਫੋਨ ਲੈਂਦੇ ਹੋਏ ਬੋਲੀ, ਮਾਂ ਜੀ ਸਾਨੂੰ ਵੀ ਆਪਣੀ ਸੇਵਾ ਦਾ ਮੌਕਾ ਦੇਵੋ। ਤੁਸੀਂ ਖੁਦ ਹੀ ਸੋਚੋ, ਲੋਕ ਕਿਆ ਕਹਿਣਗੇ ਕਿ ਪੁੱਤ ਨੂੰ ਦੇ ਹੁੰਦੇ ਹੋਏ ਵੀ ਮਾਂ ਨੂੰ ਨੌਕਰਾਂ ਦੇ ਭਰੋਸੇ ਰੱਖਿਆ ਹੈ। ਆਖਿਰ ਆਪਣੇ ਤਾਂ ਆਪਣੇ ਹੀ ਹੁੰਦੇ ਹਨ। ਇਸ ਸਮੇਂ ਵਿੱਚ ਆਪਣੇ ਕੰਮ ਨਹੀਂ ਆਉਣਗੇ ਤਾਂ ਹੋਰ ਕੌਣ ਕੰਮ ਆਵੇਗਾ। ਸੋਨੀਆ ਦੀ ਸ਼ਹਿਦ ਵਿੱਚ ਡੁੱਬੀ ਗੱਲਾਂ ਸੁਣ ਕੇ ਸ਼ਾਰਦਾ ਜੀ ਦੇ ਮਨ ਨੂੰ ਤਸੱਲੀ ਹੋਈ ਅਤੇ ਉਹਨਾਂ ਨੇ ਆਪਣੇ ਪੁੱਤ ਨੂੰ ਦੇ ਨਾਲ ਰਹਿਣੇ ਦੇ ਲਈ ਹਾਂ ਕਰ ਦਿੱਤੀ। ਸ਼ਾਰਦਾ ਜੀ ਨਾਲ ਫੋਨ ਪਰ ਗੱਲ ਕਰਨੇ ਦੇ ਅਗਲੇ ਦਿਨ ਹੀ ਸੋਨੀਆ ਅਤੇ ਪ੍ਰਮੋਦ ਉਹਨਾਂ ਦੇ ਪਿੰਡ ਪਹੁੰਚ ਗਏ ਅਤੇ ਸ਼ਾਰਦਾ ਜੀ ਨੂੰ ਆਪਣੇ ਨਾਲ ਲੈ ਜਾਣੇ ਦੇ ਲਈ ਤਿਆਰੀ ਕਰਨ ਲੱਗੇ। ਜੋ ਵੀ ਕੀਮਤੀ ਸਮਾਨ ਸੀ ਸਭ ਸੰਭਾਲ ਕੇ ਸੋਨੀਆ ਆਪਣੇ ਪਤੀ ਨੂੰ ਕਹਿਣ ਲੱਗੀ, ਮਾਂ ਪਿਤਾ ਜੀ ਦੇ ਜਿੰਨੇ ਵੀ ਜ਼ਰੂਰੀ ਕਾਗਜ਼ਾਤ ਹੋਣਗੇ ਉਹ ਨਾਲ ਲੈ ਚੱਲਣਾ। ਮੈਂ ਤਾਂ ਕਹਿੰਦੀ ਹਾਂ ਕਿ ਇਸ ਮਕਾਨ ਨੂੰ ਕਿਰਾਏ ਪਰ ਚੜ੍ਹਾ ਦਿੰਦੇ ਹਾਂ ਤਾਂ ਕਿ ਸਾਫ਼ ਸਫਾਈ ਵੀ ਹੁੰਦੀ ਰਹੇਗੀ ਅਤੇ ਮਹੀਨੇ ਦੀ ਇੱਕ ਪੱਕੀ ਆਮਦਨ ਵੀ ਆਉਂਦੀ ਰਹੇਗੀ। ਸੋਨੀਆ ਦੀ ਗੱਲ ਸੁਣ ਕੇ ਪ੍ਰਮੋਦ ਨੇ ਕਿਹਾ, ਇਸ ਦਾ ਫੈਸਲਾ ਮੈਂ ਨਹੀਂ ਕਰ ਸਕਦਾ, ਸਿਰਫ ਮਾਂ ਹੀ ਫੈਸਲਾ ਕਰੇਗੀ ਕਿ ਉਹਨਾਂ ਨੂੰ ਘਰ ਦਾ ਕਿਆ ਕਰਨਾ ਹੈ। ਆਖਿਰ ਇਹ ਘਰ ਉਹਨਾਂ ਦਾ ਹੈ। ਮੈਂ ਤਾਂ ਬਸ ਇੰਨਾ ਚਾਹੁੰਦਾ ਹਾਂ ਕਿ ਉਹਨਾਂ ਦਾ ਬੁਢਾਪਾ ਸੁੱਖ ਨਾਲ ਬੀਤੇ ਅਤੇ ਪੂਰੇ ਸਨਮਾਨ ਨਾਲ ਬਤੀਤ ਹੋਵੇ। ਸੋਨੀਆ ਦੀ ਗੱਲ ਪਰ ਸ਼ਾਰਦਾ ਜੀ ਨੇ ਸਹਿਮਤੀ ਜਤਾਈ ਅਤੇ ਮਕਾਨ ਨੂੰ ਕਿਰਾਏ ਪਰ ਦੇ ਦਿੱਤਾ ਗਿਆ। ਮਕਾਨ ਵੱਡਾ ਸੀ, ਇਸ ਲਈ ਕਿਰਾਇਆ ਵੀ ਚੰਗਾ ਖਾਸਾ ਮਿਲ ਰਿਹਾ ਸੀ। ਆਖਿਰਕਾਰ ਸ਼ਾਰਦਾ ਜੀ ਸੋਨੀਆ ਅਤੇ ਪ੍ਰਮੋਦ ਦੇ ਨਾਲ ਸ਼ਹਿਰ ਵਿੱਚ ਉਹਨਾਂ ਦੇ ਘਰ ਵਿੱਚ ਆ ਗਈ। ਸ਼ਾਰਦਾ ਜੀ ਦਾ ਜੀਵਨ ਇੱਕਦਮ ਤੋਂ ਬਦਲ ਗਿਆ ਸੀ। ਉਹਨਾਂ ਨੂੰ ਲੱਗਿਆ ਕਿ ਜਿਵੇਂ ਪਤੀ ਦੇ ਨਾਲ ਉਹਨਾਂ ਦੀ 40 ਸਾਲ ਦੀ ਜੰਮੀ ਜਮਾਈ ਗ੍ਰਸਤੀ ਵੀ ਛੁੱਟ ਗਈ ਅਤੇ ਆਪਣਾ ਘਰ ਵੀ। ਪਿੰਡ ਵਿੱਚ ਤਾਂ ਆਸ ਪੜੋਸ ਅਤੇ ਸਹੇਲੀਆਂ ਵੀ ਹਰ ਦੁੱਖ ਸੁੱਖ ਵਿੱਚ ਨਾਲ ਰਹਿੰਦੇ ਸੀ, ਪਰੰਤੂ ਇੱਥੇ ਮਹਾਨਗਰ ਵਿੱਚ ਉਹਨਾਂ ਨੂੰ ਇੱਕ ਅਧੂਰਾਪਣ ਜਿਹਾ ਲੱਗਦਾ ਸੀ। ਪਰ ਫਿਰ ਵੀ ਆਪਣੇ ਪੁੱਤ ਅਤੇ ਪੋਤਾ ਪੋਤੀ ਦਾ ਸਾਥ ਪਾ ਕੇ ਉਹ ਖੁਸ਼ ਸੀ। ਕੁਝ ਦਿਨ ਤਾਂ ਸਭ ਕੁਝ ਚੰਗਾ ਚੱਲਦਾ ਰਿਹਾ। ਸ਼ਾਰਦਾ ਜੀ ਦੀ ਬਹੁਤ ਸੇਵਾ ਹੁੰਦੀ ਸੀ। ਉਹਨਾਂ ਦਾ ਪੋਤਾ ਦੀਪੂ ਵੀ ਦਾਦੀ ਕਰਦੇ ਨਹੀਂ ਥੱਕਦਾ ਸੀ। ਆਪਣੀ ਦਾਦੀ ਦਾ ਸਾਥ ਪਾ ਕੇ ਦੀਪੂ ਵੀ ਬਹੁਤ ਖੁਸ਼ ਰਹਿਣ ਲੱਗਾ ਸੀ ਅਤੇ ਸ਼ਾਰਦਾ ਜੀ 2 ਸਾਲ ਦੀ ਆਪਣੀ ਛੋਟੀ ਪੋਤੀ ਨੂੰ ਵੀ ਸੰਭਾਲ ਲਿਆ ਕਰਦੀ ਸੀ। ਸ਼ਾਰਦਾ ਜੀ ਨੇ ਆਉਂਦੇ ਹੀ ਘਰ ਦਾ ਸਾਰਾ ਕੰਮ ਸੰਭਾਲ ਲਿਆ ਸੀ ਅਤੇ ਹਰ ਕੰਮ ਵਿੱਚ ਨੂੰਹ ਦੀ ਮਦਦ ਵੀ ਕਰ ਦਿਆ ਕਰਦੀ ਸੀ। ਦੂਜੇ ਪਾਸੇ ਹੌਲੀ-ਹੌਲੀ ਸੋਨੀਆ ਨੇ ਘਰ ਦੇ ਕੰਮਾਂ ਤੋਂ ਪੱਲਾ ਝਾੜ ਲਿਆ। ਅਕਸਰ ਸੋਨੀਆ ਟੀਵੀ ਦੇਖਦੀ ਰਹਿੰਦੀ ਜਾਂ ਸਰੀਰ ਵਿੱਚ ਦਰਦ ਦਾ ਬਹਾਨਾ ਬਣਾ ਕੇ ਆਰਾਮ ਕਰਨ ਲੱਗਦੀ ਅਤੇ ਦਿਨ ਭਰ ਖਾਣਾ ਬਣਾਉਣੇ ਤੋਂ ਲੈ ਕੇ ਬਰਤਨ ਸਾਫ਼ ਕਰਨੇ ਦਾ ਸਾਰਾ ਕੰਮ ਸ਼ਾਰਦਾ ਜੀ ਨੂੰ ਕਰਨਾ ਪੈਂਦਾ। ਉੱਪਰ ਤੋਂ ਕੋਈ ਨਾ ਕੋਈ ਫਰਮਾਇਸ਼ ਵੀ ਕਰ ਦਿੰਦੀ ਕਿ ਮਾਂ ਜੀ ਤੁਹਾਡੇ ਹੱਥ ਦਾ ਸ਼ਾਹੀ ਪਨੀਰ ਬਹੁਤ ਸਵਾਦ ਬਣਦਾ ਹੈ, ਅੱਜ ਬਹੁਤ ਮਨ ਕਰ ਰਿਹਾ ਹੈ, ਕਿਆ ਤੁਸੀਂ ਬਣਾ ਦੋਗੀ। ਸ਼ਾਰਦਾ ਜੀ ਇਸ ਕੰਮ ਵਿੱਚ ਵੀ ਕੋਈ ਆਲਸ ਨਹੀਂ ਕਰਦੀ ਸੀ। ਇਸ ਗੱਲ ਤੋਂ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਸੀ। ਇੱਕ ਦਿਨ ਜਦ ਕੰਮ ਵਾਲੀ ਬਾਈ ਦੇ ਨਾ ਆਉਣੇ ਦੇ ਕਾਰਨ ਸ਼ਾਰਦਾ ਜੀ ਪੂਰੇ ਘਰ ਦੀ ਸਾਫ਼ ਸਫਾਈ ਕਰ ਰਹੀ ਸੀ
ਸੋਨੀਆ ਆਪਣੇ ਫ਼ੋਨ ਵਿੱਚ ਮਸਤ ਸੀ। ਸਫ਼ਾਈ ਕਰਦੇ ਕਰਦੇ ਸ਼ਾਰਦਾ ਜੀ ਨੇ ਦੇਖਿਆ ਕਿ ਛੋਟੀ ਬੱਚੀ ਅਚਾਨਕ ਫਰਸ਼ ਪਰ ਫਿਸਲ ਕੇ ਗਿਰ ਗਈ ਅਤੇ ਰੋਣ ਲੱਗੀ। ਸ਼ਾਰਦਾ ਜੀ ਭੱਜੀ ਭੱਜੀ ਆਈ ਅਤੇ ਉਸ ਨੂੰ ਚੁੱਕ ਕੇ ਆਪਣੇ ਗਲੇ ਨਾਲ ਲਗਾ ਲਿਆ। ਇਹ ਦੇਖਦੇ ਹੀ ਸੋਨੀਆ ਨੇ ਫ਼ੋਨ ਕੱਟਦੇ ਹੋਏ ਜ਼ੋਰ-ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, "ਮਾਂ, ਤੁਸੀਂ ਬਿਨਾਂ ਹੱਥ ਧੋਤੇ ਬੱਚੀ ਨੂੰ ਕਿਵੇਂ ਛੂਹ ਲਿਆ? ਤੁਹਾਨੂੰ ਪਤਾ ਹੈ ਨਾ, ਇਸ ਨਾਲ ਇਨਫੈਕਸ਼ਨ ਹੋ ਜਾਂਦਾ ਹੈ।" ਇੰਨਾ ਕਹਿੰਦੇ ਹੋਏ ਉਸਨੇ ਆਪਣੀ ਬੱਚੀ ਨੂੰ ਚੁੱਕਿਆ ਅਤੇ ਕਮਰੇ ਵਿੱਚ ਲੈ ਗਈ। ਸ਼ਾਰਦਾ ਜੀ ਹੈਰਾਨੀ ਨਾਲ ਆਪਣੀ ਨੂੰਹ ਨੂੰ ਦੇਖਦੀ ਹੀ ਰਹਿ ਗਈ। ਉਸ ਦਿਨ ਦੇ ਬਾਅਦ ਨੂੰਹ ਨੇ ਕਦੀ ਆਪਣੀ ਛੋਟੀ ਬੱਚੀ ਨੂੰ ਦਾਦੀ ਦੇ ਕੋਲ ਤੱਕ ਨਹੀਂ ਆਉਣ ਦਿੱਤਾ। ਆਏ ਦਿਨ ਸੋਨੀਆ ਉਹਨਾਂ ਦੇ ਕੰਮ ਵਿੱਚ ਕੋਈ ਨਾ ਕੋਈ ਕਮੀ ਕੱਢਣ ਲੱਗਦੀ। ਇਹ ਗੱਲ ਸ਼ਾਰਦਾ ਜੀ ਨੂੰ ਅੰਦਰ ਹੀ ਅੰਦਰ ਖਾਣ ਲੱਗੀ ਸੀ। ਪ੍ਰਮੋਦ ਨੂੰ ਵੀ ਕਦੀ ਮਨ ਹੀ ਮਨ ਮਹਿਸੂਸ ਹੁੰਦਾ ਕਿ ਉਸਦੇ ਘਰ ਆਉਣੇ ਦੇ ਬਾਅਦ ਉਸਦੀ ਮਾਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਸ ਲਈ ਉਸਨੇ ਆਪਣੀ ਪਤਨੀ ਨੂੰ ਵੀ ਕਿਹਾ ਕਿ ਮਾਂ ਦੀ ਉਮਰ ਹੋ ਗਈ ਹੈ, ਇਸ ਲਈ ਉਹਨਾਂ ਤੋਂ ਜ਼ਿਆਦਾ ਕੰਮ ਨਾ ਕਰਵਾਇਆ ਕਰੋ। ਹੁਣ ਉਹਨਾਂ ਦੇ ਆਰਾਮ ਕਰਨੇ ਦੇ ਦਿਨ ਹਨ। ਇਸ ਪਰ ਸੋਨੀਆ ਬੋਲੀ, "ਮਾਂ ਜੀ ਨੂੰ ਇਸ ਉਮਰ ਵਿੱਚ ਹੋਰ ਕਿਆ ਕੰਮ ਹੈ? ਪੂਰੇ ਦਿਨ ਤਾਂ ਖਾਲੀ ਬੈਠੀ ਰਹਿੰਦੀ ਹਨ। ਥੋੜ੍ਹੇ ਬਹੁਤ ਹੱਥ ਪੈਰ ਚੱਲਦੇ ਰਹਿਣਗੇ ਤਾਂ ਉਹਨਾਂ ਦੇ ਲਈ ਹੀ ਚੰਗਾ ਹੈ। ਅਤੇ ਫਿਰ ਮੈਂ ਕਿਹੜਾ ਉਹਨਾਂ ਨੂੰ ਪਹਾੜ ਤੋੜਨੇ ਦੇ ਲਈ ਕਹਿ ਦਿੰਦੀ ਹਾਂ, ਘਰ ਦਾ ਥੋੜ੍ਹਾ ਬਹੁਤ ਕੰਮ ਹੀ ਤਾਂ ਕਰਦੀ ਹਨ।" ਉਸਦੀ ਇਹ ਗੱਲ ਸੁਣ ਕੇ ਪ੍ਰਮੋਦ ਚੁੱਪ ਰਹਿ ਗਿਆ। ਸ਼ਾਰਦਾ ਜੀ ਨੇ ਪੁੱਤ ਨੂੰਹ ਦੀ ਇਹ ਗੱਲਾਂ ਸੁਣ ਲਈ ਸੀ, ਪਰ ਉਹ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਸੀ, ਕਿਉਂਕਿ ਉਹ ਦੋਵਾਂ ਦੇ ਵਿੱਚ ਝਗੜੇ ਦਾ ਕਾਰਨ ਨਹੀਂ ਬਣਨਾ ਚਾਹੁੰਦੀ ਸੀ। ਇੱਕ ਦਿਨ ਜਦ ਪ੍ਰਮੋਦ ਆਪਣੇ ਦਫ਼ਤਰ ਦੇ ਲਈ ਨਿਕਲ ਰਿਹਾ ਸੀ ਤਾਂ ਸ਼ਾਰਦਾ ਜੀ ਨੇ ਉਸ ਨੂੰ ਆਪਣੀ ਦਵਾਈਆਂ ਦੀ ਪਰਚੀ ਪੜ੍ਹਦੇ ਹੋਏ ਕਿਹਾ, "ਪੁੱਤ, ਮੇਰੀ ਕੁਝ ਦਵਾਈਆਂ ਹਨ, ਰਾਤ ਨੂੰ ਲੈਂਦੇ ਆਉਣਾ।" ਪ੍ਰਮੋਦ ਹਾਂ ਵਿੱਚ ਸਿਰ ਹਿਲਾ ਕੇ ਚਲਾ ਗਿਆ। ਉਸ ਸਮੇਂ ਤਾਂ ਉਹਨਾਂ ਦੀ ਨੂੰਹ ਸੋਨੀਆ ਨੇ ਕੁਝ ਨਹੀਂ ਕਿਹਾ, ਪਰ ਪਤੀ ਦੇ ਜਾਣੇ ਦੇ ਬਾਅਦ ਉਹ ਆਪਣੀ ਸੱਸ ਨੂੰ ਕਹਿਣ ਲੱਗੀ, "ਮਾਂ ਜੀ, ਬੁਰਾ ਨਾ ਮੰਨੋ ਤਾਂ ਇੱਕ ਗੱਲ ਕਹਾਂ, ਤੁਹਾਡੇ ਆਉਣ ਦੇ ਬਾਅਦ ਸਾਡੇ ਖਰਚੇ ਵੱਧ ਗਏ ਹਨ, ਪਰ ਤੁਹਾਡੇ ਪੁੱਤ ਦੀ ਤਨਖਾਹ ਤਾਂ ਉਨੀ ਹੀ ਹੈ ਨਾ, ਇਸ ਮਕਾਨ ਦੀ ਕਿਸ਼ਤ ਵੀ ਜਾਂਦੀ ਹੈ, ਤਾਂ ਕਿਉਂ ਨਾ ਤੁਸੀਂ ਪਿੰਡ ਵਾਲੇ ਮਕਾਨ ਦਾ ਕਿਰਾਇਆ ਅਤੇ ਪਿਤਾ ਜੀ ਦੀ ਪੈਨਸ਼ਨ ਸਾਨੂੰ ਦੇ ਦਿਆ ਕਰੋ, ਤਾਂ ਕਿ ਅਸੀਂ ਇਸ ਮਕਾਨ ਦੀ ਕਿਸ਼ਤਾਂ ਚੁਕਾ ਸਕੀਏ।" ਨੂੰਹ ਦੀ ਗੱਲਾਂ ਸੁਣ ਕੇ ਸ਼ਾਰਦਾ ਜੀ ਮਨ ਹੀ ਮਨ ਸੋਚਣ ਲੱਗੀ ਕਿ ਮੈਂ ਵੀ ਕਿੰਨੀ ਬੇਵਕੂਫ ਸੀ। ਆਪਣੀ ਨੂੰਹ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੇ ਹੋਏ ਵੀ ਮੈਂ ਸੋਚ ਵੀ ਕਿਵੇਂ ਲਿਆ ਕਿ ਮੇਰੀ ਨੂੰਹ ਦੇ ਵਿਵਹਾਰ ਵਿੱਚ ਪਰਿਵਰਤਨ ਹੋ ਗਿਆ ਹੈ ਅਤੇ ਉਹ ਮੈਨੂੰ ਬੁਢਾਪੇ ਵਿੱਚ ਇੱਜ਼ਤ ਭਰੀ ਜ਼ਿੰਦਗੀ ਦੇ ਕੇ ਮੇਰੀ ਸੇਵਾ ਕਰੇਗੀ। ਪਰੰਤੂ ਫਿਰ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਜੇਕਰ ਪੁੱਤ ਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਦੇਣੇ ਵਿੱਚ ਕੋਈ ਹਰਜ ਨਹੀਂ ਹੈ। ਇਸ ਲਈ ਉਹਨਾਂ ਨੇ ਮਕਾਨ ਦਾ ਕਿਰਾਇਆ ਅਤੇ ਪੈਨਸ਼ਨ ਦੇਣੇ ਦੇ ਲਈ ਹਾਂ ਕਰ ਦਿੱਤੀ। ਇੱਕ ਦਿਨ ਸ਼ਾਰਦਾ ਜੀ ਘਰ ਦੀ ਬਾਲਕਨੀ ਵਿੱਚ ਬੈਠੀ ਹੋਈ ਸੀ। ਬਾਲਕਨੀ ਤੋਂ ਸਾਹਮਣੇ ਪਾਰਕ ਦਿਖਦਾ ਸੀ। ਕਈ ਵਾਰ ਸੋਚਦੀ ਸੀ ਕਿ ਥੋੜ੍ਹੀ ਦੇਰ ਦੇ ਲਈ ਟਹਿਲ ਕੇ ਆਵਾਂ, ਪਰੰਤੂ ਘਰ ਦੇ ਕੰਮ ਤੋਂ ਫੁਰਸਤ ਨਹੀਂ ਮਿਲ ਪਾਉਂਦੀ ਸੀ, ਇਸ ਲਈ ਜਾ ਨਹੀਂ ਪਾਉਂਦੀ ਸੀ। ਪਰੰਤੂ ਅੱਜ ਨੂੰਹ ਦੀ ਤਿੱਖੀ ਗੱਲਾਂ ਨਾਲ ਉਹਨਾਂ ਦਾ ਦਿਲ ਛਲਣੀ ਹੁੰਦਾ ਜਾ ਰਿਹਾ ਸੀ। ਇਸ ਲਈ ਬਿਨਾਂ ਕੰਮ ਦੀ ਪਰਵਾਹ ਕੀਤੇ ਉਹ ਸ਼ਾਮ ਦੇ ਸਮੇਂ ਪਾਰਕ ਵਿੱਚ ਘੁੰਮਣ ਚਲੀ ਗਈ। ਸ਼ਾਮ ਨੂੰ 7 ਵਜੇ ਦੇ ਕਰੀਬ ਉਹ ਘਰ ਆਈ। ਆ ਕੇ ਦੇਖਿਆ ਤਾਂ ਨੂੰਹ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਹੀ ਸੀ।
ਫ਼ੋਨ ਵਿੱਚ ਇੰਨੀ ਮਸਤ ਸੀ ਕਿ ਉਸ ਨੂੰ ਕਿਸੇ ਦੇ ਆਉਣ ਦੀ ਆਹਟ ਵੀ ਸੁਣਾਈ ਨਹੀਂ ਦਿੱਤੀ। ਉਸੀ ਸਮੇਂ ਸ਼ਾਰਦਾ ਜੀ ਦੇ ਕੰਨਾਂ ਵਿੱਚ ਨੂੰਹ ਦੀ ਆਵਾਜ਼ ਪਈ। ਨੂੰਹ ਹੱਸਦੇ ਹੋਏ ਆਪਣੀ ਮਾਂ ਨੂੰ ਫ਼ੋਨ 'ਤੇ ਕਹਿ ਰਹੀ ਸੀ, ਮੇਰੀ ਪਿਆਰੀ ਮਾਂ, ਤੁਹਾਡੀ ਸਕੀਮ ਤਾਂ ਕੰਮ ਕਰ ਗਈ। ਹੁਣ ਤਾਂ ਘਰ ਦਾ ਸਾਰਾ ਕੰਮ ਮੇਰੀ ਸੱਸ ਨੇ ਹੀ ਸੰਭਾਲ ਰੱਖਿਆ ਹੈ। ਖਾਣਾ ਬਣਾਉਣ ਤੋਂ ਲੈ ਕੇ ਭਾਂਡੇ ਧੋਣ ਤੱਕ ਦਾ ਇੱਥੋਂ ਤੱਕ ਕਿ ਕੱਪੜੇ ਧੋਣ ਦਾ ਕੰਮ ਵੀ ਮੇਰੀ ਸੱਸ ਹੀ ਕਰ ਦਿੰਦੀ ਹੈ। ਹੁਣ ਮੈਨੂੰ ਕੁਝ ਵੀ ਕੰਮ ਨਹੀਂ ਕਰਨਾ ਪੈਂਦਾ। ਤੇ ਹਾਂ, ਪਿੰਡ ਵਾਲੇ ਮਕਾਨ ਦਾ ਕਿਰਾਇਆ ਤੇ ਬਾਬੂ ਜੀ ਦੀ ਪੈਨਸ਼ਨ ਵੀ ਮੇਰੇ ਹੱਥ ਵਿੱਚ ਆਉਣ ਲੱਗ ਗਈ ਹੈ। ਤੁਹਾਡੀ ਧੀ ਨੂੰ ਤਾਂ ਹੁਣ ਆਰਾਮ ਹੀ ਆਰਾਮ ਹੈ। ਨੂੰਹ ਦੀ ਗੱਲ ਸੁਣ ਕੇ ਸ਼ਾਰਦਾ ਜੀ ਹੈਰਾਨ ਰਹਿ ਗਈ। ਉਹ ਅੰਦਰ ਤੱਕ ਟੁੱਟ ਚੁੱਕੀ ਸੀ। ਅੱਜ ਉਹਨਾਂ ਨੂੰ ਆਪਣਾ ਘਰ ਛੱਡ ਕੇ ਸ਼ਹਿਰ ਆਉਣ ਦਾ ਪਛਤਾਵਾ ਹੋ ਰਿਹਾ ਸੀ। ਇੱਕ ਦਿਲ ਤਾਂ ਕੀਤਾ ਕਿ ਵਾਪਸ ਆਪਣੇ ਪਿੰਡ ਵਾਲੇ ਘਰ ਚਲੀ ਜਾਵਾਂ, ਪਰੰਤੂ ਮਕਾਨ ਤਾਂ ਕਿਰਾਏ 'ਤੇ ਚੜ੍ਹ ਚੁੱਕਿਆ ਸੀ, ਜਿਸ ਦਾ 11 ਮਹੀਨਿਆਂ ਦਾ ਕੰਟਰੈਕਟ ਸੀ। ਉਦਾਸ ਹੋ ਕੇ ਸ਼ਾਰਦਾ ਜੀ ਸੋਚਣ ਲੱਗੀ ਕਿ ਮੇਰਾ ਇਸ ਘਰ ਵਿੱਚ ਹੀ ਮਹੱਤਵ ਸੀ। ਬੁਢਾਪੇ ਵਿੱਚ ਮੇਰੀ ਜ਼ਿੰਦਗੀ ਦਾ ਕੇਵਲ ਇੰਨਾ ਹੀ ਵਜੂਦ ਸੀ ਕਿ ਮੇਰੀ ਹੈਸੀਅਤ ਬਸ ਇੱਕ ਨੌਕਰਾਨੀ ਜਿੰਨੀ ਸੀ। ਹੁਣ ਤੱਕ ਮੈਂ ਕੇਵਲ ਨੂੰਹ ਦੀ ਸਹਾਇਤਾ ਲਈ ਘਰ ਦਾ ਕੰਮ ਕਰ ਦਿਆ ਕਰਦੀ ਸੀ, ਪਰ ਉਹ ਮੇਰੇ ਬਾਰੇ ਇਸ ਤਰ੍ਹਾਂ ਸੋਚਦੀ ਹੈ, ਇਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਸ਼ਾਰਦਾ ਜੀ ਦਾ ਮਨ ਉਦਾਸ ਰਹਿਣ ਲੱਗਿਆ। ਭਾਵੇਂ ਉਹਨਾਂ ਦੀ ਉਮਰ ਹੋ ਗਈ ਸੀ, ਪਰ ਜੀਵਨ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਉਮੰਗ ਸੀ। ਪਰੰਤੂ ਕੇਵਲ ਨੂੰਹ ਨੂੰ ਤਕਲੀਫ ਨਾ ਹੋਵੇ, ਇਹ ਸੋਚ ਕੇ ਉਹਨਾਂ ਨੇ ਆਪਣੇ ਆਪ ਨੂੰ ਘਰ ਤੱਕ ਸੀਮਿਤ ਕਰ ਲਿਆ ਸੀ। ਪਰੰਤੂ ਹੁਣ ਉਹਨਾਂ ਨੇ ਸੋਚ ਲਿਆ ਸੀ ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਣਾ ਸ਼ੁਰੂ ਕਰੇਗੀ। ਹੁਣ ਸ਼ਾਰਦਾ ਜੀ ਹਰ ਰੋਜ਼ ਪਾਰਕ ਜਾਣ ਲੱਗੀ ਸੀ ਤੇ ਬਹੁਤ ਲੋਕਾਂ ਨਾਲ ਜਾਣ ਪਹਿਚਾਣ ਵੀ ਕਰ ਚੁੱਕੀ ਸੀ। ਇੱਕ ਦਿਨ ਪਾਰਕ ਵਿੱਚ ਉਹਨਾਂ ਦੇ ਮੁਹੱਲੇ ਵਿੱਚ ਰਹਿਣ ਵਾਲੀ ਭਾਵਨਾ ਮਿਲੀ। ਮਿਲਣਸਾਰ ਸੁਭਾਅ ਦੀ ਸ਼ਾਰਦਾ ਜੀ ਤੁਰੰਤ ਹੀ ਉਹਨਾਂ ਨਾਲ ਮਿਲ ਜੁਲ ਗਈ। ਗੱਲਾਂ ਵਿੱਚ ਭਾਵਨਾ ਨੇ ਦੱਸਿਆ ਕਿ ਉਸ ਦੀ ਸੱਸ ਦੀ ਮੌਤ 1 ਮਹੀਨਾ ਪਹਿਲਾਂ ਹੀ ਹੋਈ ਸੀ। ਉਸ ਦੇ ਬੱਚੇ ਅਜੇ ਛੋਟੇ ਸੀ। ਆਲੇ ਦੁਆਲੇ ਕੋਈ ਡੇ ਕੇਅਰ ਵੀ ਨਹੀਂ ਸੀ, ਇਸ ਲਈ ਉਹਨਾਂ ਨੂੰ ਕਿਤੇ ਛੱਡਣ ਦਾ ਹਿਸਾਬ ਨਹੀਂ ਬਣ ਪਾ ਰਿਹਾ ਸੀ, ਜਿਸ ਕਾਰਨ ਉਹ 1 ਮਹੀਨੇ ਤੋਂ ਨੌਕਰੀ 'ਤੇ ਨਹੀਂ ਜਾ ਪਾ ਰਹੀ ਸੀ। ਇਸ ਸਭ ਕਰਕੇ ਭਾਵਨਾ ਬਹੁਤ ਪਰੇਸ਼ਾਨ ਸੀ। ਉਸ ਦੀ ਗੱਲ ਸੁਣ ਕੇ ਸ਼ਾਰਦਾ ਜੀ ਨੇ ਕਿਹਾ, ਪੁੱਤ, ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੇਰੇ ਬੱਚਿਆਂ ਨੂੰ ਸੰਭਾਲ ਸਕਦੀ ਹਾਂ। ਭਾਵਨਾ ਨੇ ਪੁੱਛਿਆ, ਤੁਸੀਂ ਕਿੱਥੇ ਰਹਿੰਦੇ ਹੋ? ਤੁਸੀਂ ਕੌਣ ਹੋ? ਉਸ ਸਮੇਂ ਸ਼ਾਰਦਾ ਜੀ ਦੇ ਮੂੰਹ ਤੋਂ ਇੱਕਦਮ ਨਿਕਲਿਆ, ਮੈਂ ਸ਼ਾਰਦਾ ਹਾਂ। ਮੇਰੇ ਪਤੀ ਫਿਰ ਇੱਕਦਮ ਧਿਆਨ ਆਇਆ ਤੇ ਕਹਿਣ ਲੱਗੀ, ਮੈਂ ਸਾਹਮਣੇ ਬਿਲਡਿੰਗ ਵਿੱਚ ਰਹਿੰਦੀ ਹਾਂ। ਮੈਂ ਸੋਨੀਆ ਦੀ ਸੱਸ ਹਾਂ। ਮੇਰਾ ਮੁੰਡਾ ਪ੍ਰਮੋਦ ਬਿਜਲੀ ਵਿਭਾਗ ਵਿੱਚ ਕੰਮ ਕਰਦਾ ਹੈ। ਸ਼ਾਰਦਾ ਜੀ ਨਾਲ ਗੱਲ ਕਰਕੇ ਤਾਂ ਜਿਵੇਂ ਭਾਵਨਾ ਦੀ ਮੁਰਾਦ ਹੀ ਪੂਰੀ ਹੋ ਗਈ ਤੇ ਸ਼ਾਰਦਾ ਜੀ ਆਪਣੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣਾ ਚਾਹੁੰਦੀ ਸੀ ਤੇ ਲੋਕਾਂ ਨਾਲ ਮਿਲ ਜੁਲ ਕੇ ਉਹਨਾਂ ਨੂੰ ਚੰਗਾ ਲੱਗਦਾ ਸੀ। ਇਸ ਲਈ ਉਹਨਾਂ ਨੇ ਇੱਥੇ ਕੰਮ ਕਰਨ ਦਾ ਮਨ ਬਣਾ ਲਿਆ। ਅਗਲੇ ਦਿਨ ਹੀ ਭਾਵਨਾ ਆਪਣੇ ਬੱਚਿਆਂ ਨੂੰ ਸ਼ਾਰਦਾ ਜੀ ਕੋਲ ਛੱਡ ਕੇ ਨੌਕਰੀ 'ਤੇ ਚਲੀ ਗਈ। ਸ਼ਾਰਦਾ ਜੀ ਹੁਣ ਬੱਚਿਆਂ ਨੂੰ ਅੰਦਰ ਲੈ ਕੇ ਆਈ ਤਾਂ ਸੋਨੀਆ ਇਹ ਸਭ ਦੇਖ ਕੇ ਹੈਰਾਨ ਰਹਿ ਗਈ ਤੇ ਉਹਨਾਂ ਨੂੰ ਬੱਚਿਆਂ ਦੇ ਬਾਰੇ ਵਿੱਚ ਪੁੱਛਣ ਲੱਗੀ ਤਾਂ ਸ਼ਾਰਦਾ ਜੀ ਨੇ ਕਿਹਾ, ਨੂੰ ਇਹ ਮੁਹੱਲੇ ਵਿੱਚ ਭਾਵਨਾ ਰਹਿੰਦੀ ਹੈ। ਇਹ ਦੋਵੇਂ ਉਸਦੇ ਬੱਚੇ ਹਨ। ਦਰਅਸਲ ਉਸਦੇ ਘਰ ਵਿੱਚ ਬੱਚੇ ਸੰਭਾਲਣ ਲਈ ਕੋਈ ਨਹੀਂ ਹੈ, ਜਿਸ ਕਾਰਨ ਉਹ ਨੌਕਰੀ ਨਹੀਂ ਜਾ ਸਕਦੀ ਸੀ
ਤੇ ਮੇਰਾ ਸਾਰਾ ਦਿਨ ਮਨ ਨਹੀਂ ਲੱਗਦਾ, ਬੋਰ ਹੋ ਜਾਂਦੀ ਹਾਂ। ਇਸ ਲਈ ਸੋਚਿਆ ਕਿ ਮੈਂ ਇਹਨਾਂ ਦੋਨਾਂ ਬੱਚਿਆਂ ਨੂੰ ਸੰਭਾਲ ਲੈਂਦੀ ਹਾਂ। ਮੇਰਾ ਸਮਾਂ ਵੀ ਚੰਗਾ ਬੀਤ ਜਾਵੇਗਾ ਤੇ ਕੁਝ ਪੈਸੇ ਵੀ ਆ ਜਾਣਗੇ। ਆਪਣੀ ਸੱਸ ਦੀ ਗੱਲ ਸੁਣ ਕੇ ਸੋਨੀਆ ਭੜਕ ਉੱਠੀ। ਮਾਂ, ਤੁਸੀਂ ਬਿਨਾਂ ਮੈਨੂੰ ਪੁੱਛੇ ਮੇਰੇ ਘਰ ਵਿੱਚ ਇਹ ਸਭ ਕਿਵੇਂ ਕਰ ਸਕਦੀ ਹੋ? ਇਹ ਸ਼ਹਿਰ ਹੈ, ਤੁਹਾਡਾ ਪਿੰਡ ਨਹੀਂ ਜਿੱਥੇ ਤੁਸੀਂ ਮੇਲਾ ਲਗਾ ਕੇ ਰੱਖੋਗੇ। ਜਿੱਥੋਂ ਲੈ ਕੇ ਆਈ ਹੋ ਉੱਥੇ ਹੀ ਛੱਡ ਆਓ ਇਹਨਾਂ ਬੱਚਿਆਂ ਨੂੰ। ਪਰ ਨੂੰ ਬਹੁਤ ਸਮੇਂ ਤੋਂ ਮੇਰੀ ਇੱਛਾ ਸੀ ਕਿ ਮੈਂ ਆਪਣਾ ਕੋਈ ਕੰਮ ਸ਼ੁਰੂ ਕਰਾਂ, ਪਰ ਕਦੇ ਮੌਕਾ ਹੀ ਨਹੀਂ ਮਿਲਿਆ। ਪਰ ਅੱਜ ਜਦੋਂ ਪਤਾ ਚੱਲਿਆ ਕਿ ਆਲੇ ਦੁਆਲੇ ਡੇ ਕੇਅਰ ਵੀ ਨਹੀਂ ਹੈ ਤਾਂ ਮੈਂ ਸੋਚਿਆ ਕਿਉਂ ਨਾ ਮੈਂ ਹੀ ਕੰਮ ਸ਼ੁਰੂ ਕਰਾਂ। ਮੈਂ ਆਪਣੀ ਇੱਕ ਪਹਿਚਾਣ ਬਣਾਉਣਾ ਚਾਹੁੰਦੀ ਹਾਂ। ਸ਼ਾਰਦਾ ਜੀ ਦੀ ਗੱਲ ਸੁਣ ਕੇ ਉਹਨਾਂ ਦੀ ਨੂੰਹ ਹੱਸਦੇ ਹੋਏ ਬੋਲੀ, ਮਾਂ, ਤੁਹਾਡੀ ਉਮਰ ਹੀ ਕਿੰਨੀ ਬਚੀ ਹੈ? ਹੁਣ ਪਹਿਚਾਣ ਬਣਾਉਣ ਲਈ ਬੁਢਾਪੇ ਵਿੱਚ ਇਹ ਸਭ ਹਰਕਤਾਂ ਸ਼ੋਭਾ ਨਹੀਂ ਦਿੰਦੀਆਂ ਤੁਹਾਨੂੰ। ਲੋਕਾਂ ਦੇ ਬੱਚਿਆਂ ਦੀ ਦੇਖਭਾਲ ਕਰ ਰਹੀ ਹੋ। ਜੇ ਤੁਹਾਨੂੰ ਕੁਝ ਹੋ ਗਿਆ ਤਾਂ ਤੁਹਾਡੀ ਦੇਖਭਾਲ ਕੌਣ ਕਰੇਗਾ? ਸਾਡੇ ਤੋਂ ਤਾਂ ਕੋਈ ਉਮੀਦ ਬਿਲਕੁਲ ਨਾ ਰੱਖਣਾ। ਆਪਣੀ ਨੂੰਹ ਦੀ ਕੜਵੀ ਗੱਲਾਂ ਸੁਣ ਕੇ ਸ਼ਾਰਦਾ ਜੀ ਨੇ ਕਿਹਾ, ਠੀਕ ਹੈ, ਜੇ ਤੈਨੂੰ ਪਸੰਦ ਨਹੀਂ ਹੈ ਤਾਂ ਕੱਲ੍ਹ ਤੋਂ ਮੈਂ ਇਹਨਾਂ ਬੱਚਿਆਂ ਨੂੰ ਨਹੀਂ ਲੈ ਕੇ ਆਊਂਗੀ। ਪਰ ਇਹ ਬੱਚੇ ਅੱਜ ਤਾਂ ਇੱਥੇ ਰਹਿਣਗੇ। ਨਹੀਂ ਮਾਂ, ਮੈਂ ਇਹਨਾਂ ਨੂੰ 1 ਮਿੰਟ ਵੀ ਬਰਦਾਸ਼ਤ ਨਹੀਂ ਕਰ ਸਕਦੀ। ਤੁਸੀਂ ਇਹਨਾਂ ਨੂੰ ਹੁਣੇ ਇੱਥੋਂ ਲੈ ਕੇ ਜਾਓ। ਨੂੰਹ ਦੀ ਗੱਲ ਸੁਣ ਕੇ ਸ਼ਾਰਦਾ ਜੀ ਉਹਨਾਂ ਬੱਚਿਆਂ ਨੂੰ ਲੈ ਕੇ ਪਾਰਕ ਵਿੱਚ ਚਲੀ ਗਈ। ਬੱਚੇ ਪਾਰਕ ਵਿੱਚ ਖੇਡਦੇ ਰਹੇ। ਦੁਪਹਿਰ ਨੂੰ ਜਦੋਂ ਭਾਵਨਾ ਘਰ ਵਾਪਸ ਆਈ ਤਾਂ ਸ਼ਾਰਦਾ ਜੀ ਨੇ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਘਰ ਛੱਡ ਦਿੱਤਾ। ਘਰ ਪਹੁੰਚ ਕੇ ਆਪਣੀ ਨੂੰਹ ਦੀ ਗੱਲ ਸੋਚ ਕੇ ਸ਼ਾਰਦਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਤੇ ਆਪਣੇ ਕਮਰੇ ਵਿੱਚ ਜਾ ਕੇ ਆਪਣੇ ਪਤੀ ਦੀ ਫੋਟੋ ਦੇ ਸਾਹਮਣੇ ਬੈਠ ਗਈ। ਅੱਜ ਉਹ ਬਹੁਤ ਇਕੱਲਾ ਮਹਿਸੂਸ ਕਰ ਰਹੀ ਸੀ, ਇਸ ਲਈ ਆਪਣੇ ਪਤੀ ਦੀ ਫੋਟੋ ਦੇ ਨਾਲ ਹੀ ਗੱਲਾਂ ਕਰਨ ਲੱਗੀ ਕਿ ਇਸ ਉਮਰ ਵਿੱਚ ਮੈਂ ਆਪਣੀ ਪਹਿਚਾਣ ਨਹੀਂ ਬਣਾ ਸਕਦੀ। ਬੁਢਾਪਾ ਆ ਗਿਆ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਆਪਣੀ ਮੌਤ ਦਾ ਇੰਤਜ਼ਾਰ ਕਰਾਂ। ਇੱਦਾਂ ਕਹਿੰਦੇ ਹੋਏ ਉਹ ਆਪਣੇ ਪਤੀ ਦੀ ਫੋਟੋ ਨੂੰ ਨਿਹਾਰਨ ਲੱਗੀ। ਅਚਾਨਕ ਉਹਨਾਂ ਨੂੰ ਲੱਗਿਆ ਜਿਵੇਂ ਉਸ ਦੇ ਪਤੀ ਉਸ ਨੂੰ ਹਿੰਮਤ ਦੇ ਰਹੇ ਹਨ। ਉਸ ਸਮੇਂ ਇੱਕ ਉਮੰਗ ਉਹਨਾਂ ਦੇ ਮਨ ਵਿੱਚ ਜਾਗੀ ਤੇ ਮਨ ਬਣਾ ਲਿਆ ਕਿ ਹੁਣ ਤਾਂ ਉਹ ਇੱਥੇ ਰਹਿ ਕੇ ਆਪਣੇ ਜੀਵਨ ਨੂੰ ਸਾਰਥਕ ਬਣਾਏਗੀ ਤੇ ਆਪਣੀ ਨੂੰਹ ਨੂੰ ਦਿਖਾ ਦੇਵੇਗੀ ਕਿ ਉਮਰ ਜ਼ਿਆਦਾ ਹੋਣ ਨਾਲ ਜੀਵਨ ਖਤਮ ਨਹੀਂ ਹੋ ਜਾਂਦਾ। ਰਾਤ ਨੂੰ ਜਦੋਂ ਸ਼ਾਰਦਾ ਜੀ ਦਾ ਮੁੰਡਾ ਪ੍ਰਮੋਦ ਦਫ਼ਤਰ ਤੋਂ ਆਇਆ ਤਾਂ ਸ਼ਾਰਦਾ ਜੀ ਨੇ ਉਸ ਨੂੰ ਆਪਣੀ ਯੋਜਨਾ ਦੇ ਬਾਰੇ ਦੱਸਿਆ। ਉਸ ਨੂੰ ਆਪਣੀ ਮਾਂ ਦੀ ਇੱਛਾ ਜਾਣ ਕੇ ਬਹੁਤ ਖੁਸ਼ੀ ਹੋਈ। ਆਪਣੀ ਮਾਂ ਦੀ ਗੱਲ ਨੂੰ ਪ੍ਰਮੋਦ ਨੇ ਤੁਰੰਤ ਸਹਿਮਤੀ ਦੇ ਦਿੱਤੀ। ਉਸ ਸਮੇਂ ਸੋਨੀਆ ਬੋਲੀ, ਪਰ ਮੈਨੂੰ ਸਮਝ ਵਿੱਚ ਨਹੀਂ ਆਉਂਦਾ ਕਿ ਮਾਂ ਨੂੰ ਕੰਮ ਸ਼ੁਰੂ ਕਰਨ ਦੀ ਕੀ ਸੁੱਝੀ। ਜੇ ਕਰਨਾ ਹੀ ਹੈ ਤਾਂ ਘਰ ਵਿੱਚ ਬੈਠ ਕੇ ਘਰ ਦਾ ਕੰਮ ਕਰੇ। ਆਪਣੀ ਪਤਨੀ ਨੂੰ ਜਵਾਬ ਦਿੰਦੇ ਹੋਏ ਪ੍ਰਮੋਦ ਨੇ ਕਿਹਾ ਕਿ ਮਾਂ ਦੀ ਜੋ ਇੱਛਾ ਹੈ ਉਹ ਉਸੇ ਤਰ੍ਹਾਂ ਕਰੇਗੀ। ਮਾਂ, ਮੈਂ ਕੱਲ੍ਹ ਹੀ ਤੁਹਾਡੇ ਲਈ ਇੱਕ ਜਗ੍ਹਾ ਦਾ ਇੰਤਜ਼ਾਮ ਕਰਦਾ ਹਾਂ। ਇਵੇਂ ਕਹਿ ਕੇ ਪ੍ਰਮੋਦ ਚਲਾ ਗਿਆ ਤੇ ਆਪਣੀ ਨੂੰਹ ਸੋਨੀਆ ਨੂੰ ਗੁੱਸੇ ਵਿੱਚ ਦੇਖ ਕੇ ਸ਼ਾਰਦਾ ਜੀ ਬੋਲੀ, ਨੂੰਹ ਕਿਸੇ ਦੇ ਘਰ ਦੀ ਨੌਕਰਾਣੀ ਬਣਨ ਤੋਂ ਚੰਗਾ ਹੈ ਕਿ ਜਿਸ ਕੰਮ ਨੂੰ ਕਰਨ ਦੀ ਮੇਰੀ ਇੱਛਾ ਹੈ ਮੈਂ ਉਹ ਕੰਮ ਕਰਾਂ। ਬੁੱਢੇ ਹੋਣ ਦਾ ਮਤਲਬ ਇਹ ਨਹੀਂ ਕਿ ਇਨਸਾਨ ਦਾ ਵਜੂਦ ਹੀ ਨਹੀਂ ਰਿਹਾ। ਕੱਲ੍ਹ ਤੱਕ ਤੂੰ ਮੇਰੀ ਜ਼ਿੰਦਗੀ ਨਾਲ ਉਹ ਕੀਤਾ ਜੋ ਤੂੰ ਕਰਨਾ ਚਾਹੁੰਦੀ ਸੀ, ਪਰ ਅੱਜ ਦੇ ਬਾਅਦ ਮੇਰੀ ਜ਼ਿੰਦਗੀ ਕਿਵੇਂ ਚੱਲੇਗੀ ਉਹ ਮੈਂ ਤੈਅ ਕਰਾਂਗੀ, ਤੂੰ ਨਹੀਂ। ਇੰਨਾ ਕਹਿ ਕੇ ਸ਼ਾਰਦਾ ਜੀ ਪਾਰਕ ਵਿੱਚ ਚਲੀ ਗਈ।
ਆਪਣੀ ਸੱਸ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਸੋਨੀਆ ਹੈਰਾਨ ਰਹਿ ਗਈ। ਅਗਲੇ ਦਿਨ ਸਾਹਮਣੇ ਵਾਲੇ ਫਲੈਟ ਦੇ ਨੀਚੇ ਇੱਕ ਕਮਰਾ ਕਿਰਾਏ 'ਤੇ ਲੈ ਲਿਆ। ਸ਼ਾਰਦਾ ਜੀ ਰੋਜ਼ ਸਵੇਰੇ ਜਲਦੀ ਤਿਆਰ ਹੋ ਕੇ ਚਲੀ ਜਾਂਦੀ ਸੀ। ਭਾਵਨਾ ਆਪਣੇ ਬੱਚਿਆਂ ਨੂੰ ਸ਼ਾਰਦਾ ਜੀ ਕੋਲ ਉਸ ਕਮਰੇ ਵਿੱਚ ਛੱਡ ਜਾਂਦੀ ਤੇ ਸ਼ਾਮ ਨੂੰ ਦਫ਼ਤਰ ਤੋਂ ਆਉਂਦੇ ਵਕਤ ਉਹਨਾਂ ਨੂੰ ਲੈ ਆਉਂਦੀ। ਜਿੱਥੇ ਭਾਵਨਾ ਨਿਸ਼ਚਿਤ ਹੋ ਕੇ ਨੌਕਰੀ 'ਤੇ ਜਾਣ ਲੱਗੀ ਸੀ, ਉੱਥੇ ਬੱਚੇ ਵੀ ਸ਼ਾਰਦਾ ਜੀ ਨਾਲ ਬਹੁਤ ਖੁਸ਼ ਰਹਿੰਦੇ ਸੀ। ਭਾਵਨਾ ਦੇ ਬੱਚਿਆਂ ਨੂੰ ਦੇਖ ਕੇ ਸੁਸਾਇਟੀ ਦੇ ਹੋਰ ਮਾਤਾ-ਪਿਤਾ ਵੀ ਸ਼ਾਰਦਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਸਾਡੇ ਬੱਚਿਆਂ ਨੂੰ ਵੀ ਰੱਖ ਲਵੋ ਆਪਣੇ ਕੋਲ। ਇਸ ਤਰ੍ਹਾਂ 8-10 ਬੱਚੇ ਹੋਰ ਆਉਣ ਲੱਗ ਗਏ। ਸ਼ਾਰਦਾ ਜੀ ਨੇ ਆਪਣੀ ਸਹਾਇਤਾ ਲਈ 2 ਕੁੜੀਆਂ ਰੱਖ ਲਈਆਂ, ਜੋ ਭੱਜ ਦੌੜ ਦਾ ਕੰਮ ਸੰਭਾਲ ਲੈਂਦੀਆਂ ਸੀ, ਸਾਫ਼ ਸਫਾਈ ਵੀ ਕਰ ਦਿੰਦੀਆਂ ਸੀ ਤੇ ਬੱਚਿਆਂ ਦਾ ਖਾਣਾ ਵੀ ਗਰਮ ਕਰ ਦਿੰਦੀਆਂ ਸੀ। ਦੇਖਦੇ ਹੀ ਦੇਖਦੇ ਸ਼ਾਰਦਾ ਜੀ ਦਾ ਕੰਮ ਇੰਨਾ ਵੱਧ ਗਿਆ ਕਿ ਉਹਨਾਂ ਨੂੰ ਨਾਲ ਵਾਲਾ ਇੱਕ ਹੋਰ ਕਮਰਾ ਵੀ ਕਿਰਾਏ 'ਤੇ ਲੈਣਾ ਪਿਆ। ਇੱਕ ਦਿਨ ਇੱਕ ਕੁੜੀ ਨੇ ਦੱਸਿਆ ਕਿ ਉਸ ਸੁਸਾਇਟੀ ਦੇ ਇੱਕ ਘਰ ਵਿੱਚ ਰਹਿਣ ਵਾਲੀ ਉਹਨਾਂ ਦੀ ਉਮਰ ਦੀ ਹੀ ਇੱਕ ਔਰਤ ਆਪਣੇ ਘਰ ਵਿੱਚ ਬਹੁਤ ਦੁਖੀ ਹੈ। ਉਸ ਨੂੰ ਬਹੁਤ ਤੰਗ ਕਰਦੀ ਹੈ। ਉਹਨਾਂ ਨੇ ਕੁੜੀ ਨੂੰ ਕਹਿ ਕੇ ਉਸ ਔਰਤ, ਜਿਸ ਦਾ ਨਾਮ ਸੁਦੇਸ਼ ਸੀ, ਉਸ ਨੂੰ ਆਪਣੇ ਕੋਲ ਬੁਲਾਇਆ। ਉਹਨਾਂ ਤੋਂ ਉਸ ਦਾ ਸਾਰਾ ਦੁੱਖ ਸੁਣ ਕੇ ਸ਼ਾਰਦਾ ਜੀ ਬੋਲੀ, ਜੇ ਤੂੰ ਚਾਹੇ ਤਾਂ ਮੇਰੇ ਕੋਲ ਇੱਥੇ ਆ ਸਕਦੀ ਹੈ। ਤੁਸੀਂ ਦੱਸਿਆ ਕਿ ਤੁਹਾਨੂੰ ਮਸ਼ੀਨ ਦਾ ਕੰਮ ਬਹੁਤ ਚੰਗੀ ਤਰ੍ਹਾਂ ਨਾਲ ਆਉਂਦਾ ਹੈ, ਤਾਂ ਮੇਰੇ ਕੋਲ ਘਰ ਵਿੱਚ ਕੱਪੜੇ ਸਿਲਣ ਵਾਲੀ ਇੱਕ ਮਸ਼ੀਨ ਨੇ ਫਾਲਤੂ ਵਿੱਚ ਹੀ ਜਗ੍ਹਾ ਘੇਰ ਰੱਖੀ ਹੈ। ਕਿਉਂ ਨਾ ਅਸੀਂ ਉਸ ਮਸ਼ੀਨ ਨਾਲ ਗਰੀਬ ਕੁੜੀਆਂ ਨੂੰ ਕੱਪੜੇ ਸਿਲਣ ਦਾ ਕੰਮ ਸਿਖਾਈਏ, ਜਿਸ ਦੀ ਫੀਸ ਅਸੀਂ ਬਿਲਕੁਲ ਘੱਟ ਲਵਾਂਗੇ। ਇਸ ਤਰ੍ਹਾਂ ਉਹ ਆਤਮ ਨਿਰਭਰ ਬਣ ਜਾਵੇਗੀ ਤੇ ਸਾਨੂੰ ਵੀ ਜੀਵਨ ਜਿਉਣ ਦਾ ਇੱਕ ਮਕਸਦ ਮਿਲ ਜਾਵੇਗਾ। ਬੇਸ਼ੱਕ ਸਾਡਾ ਉਦੇਸ਼ ਪੈਸਾ ਕਮਾਉਣਾ ਨਹੀਂ ਹੈ, ਪਰੰਤੂ ਇਸ ਤਰ੍ਹਾਂ ਜੇ ਸਾਡਾ ਬੁਢਾਪਾ ਕੁਝ ਕਰਦੇ ਹੋਏ ਗੁਜ਼ਰੇਗਾ ਤੇ 2 ਪੈਸੇ ਵੀ ਆ ਜਾਣਗੇ, ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਸੁਦੇਸ਼ ਜੀ ਨੂੰ ਇਹ ਗੱਲ ਜੱਚ ਗਈ। ਅਗਲੇ ਦਿਨ ਤੋਂ ਉਹ ਸ਼ਾਰਦਾ ਜੀ ਦੇ ਕੋਲ ਆਉਣ ਲੱਗੀ ਤੇ ਕੁਝ ਘੰਟੇ ਉੱਥੇ ਰਹਿ ਕੇ ਕੰਮ ਕਰਦੀ। ਸ਼ਾਰਦਾ ਜੀ ਦੇ ਨਾਲ ਕੰਮ ਕਰਦੇ ਹੋਏ ਸੁਦੇਸ਼ ਜੀ ਨੂੰ ਵੀ ਬਹੁਤ ਚੰਗਾ ਲੱਗ ਰਿਹਾ ਸੀ। ਦੋਵੇਂ ਸਹੇਲੀਆਂ ਹੁਣ ਇੱਕ ਦੂਜੇ ਦਾ ਸਾਥ ਪਾ ਕੇ ਖੁਸ਼ ਰਹਿਣ ਲੱਗੀਆਂ ਸੀ। ਸੁਦੇਸ਼ ਜੀ, ਜੋ ਘਰ ਦੀ ਲੜਾਈਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋਣ ਕਰਕੇ ਬਿਮਾਰ ਰਹਿਣ ਲੱਗੀ ਸੀ, ਹੁਣ ਕੁਝ ਹੀ ਦਿਨਾਂ ਵਿੱਚ ਬਹੁਤ ਤੰਦਰੁਸਤ ਦਿਖਣ ਲੱਗੀ। ਹੌਲੀ-ਹੌਲੀ ਕਰਕੇ ਸ਼ਾਰਦਾ ਜੀ ਨਾਲ ਹੋਰ ਤੀਵੀਆਂ ਵੀ ਜੁੜਦੀਆਂ ਗਈਆਂ, ਜਿਸ ਕਾਰਨ ਉਹ ਜਗ੍ਹਾ ਛੋਟੀ ਪੈਣ ਲੱਗ ਗਈ ਸੀ। ਸ਼ਾਰਦਾ ਜੀ ਦੇ ਕਹਿਣ 'ਤੇ ਪ੍ਰਮੋਦ ਨੇ ਸੁਸਾਇਟੀ ਦੇ ਬਾਹਰ ਹੀ ਇੱਕ ਵੱਡਾ ਜਿਹਾ ਮਕਾਨ ਕਿਰਾਏ 'ਤੇ ਦਿਵਾ ਦਿੱਤਾ। ਹੁਣ ਉਹਨਾਂ ਸਾਰੀਆਂ ਔਰਤਾਂ ਨੂੰ ਇੰਨੀ ਆਮਦਨ ਹੋ ਜਾਂਦੀ ਸੀ ਕਿ ਉਹ ਆਰਾਮ ਨਾਲ ਉਸ ਮਕਾਨ ਦਾ ਕਿਰਾਇਆ ਕੱਢ ਸਕਣ। ਸ਼ਾਰਦਾ ਜੀ ਕੋਲ ਕੰਮ ਕਰਨ ਵਾਲੀਆਂ ਸਾਰੀਆਂ ਔਰਤਾਂ ਬਹੁਤ ਖੁਸ਼ ਸੀ ਕਿ ਉਹਨਾਂ ਨੂੰ ਟਾਈਮ ਪਾਸ ਕਰਨ ਲਈ ਇੱਕ ਚੰਗੀ ਜਗ੍ਹਾ ਵੀ ਮਿਲ ਗਈ ਤੇ ਕੁਝ ਆਮਦਨੀ ਵੀ ਸ਼ੁਰੂ ਹੋ ਗਈ। ਹੁਣ ਉਹਨਾਂ ਨੂੰ ਆਪਣੇ ਖਰਚ ਲਈ ਪੁੱਤ ਤੇ ਨੂੰਹ ਦਾ ਮੂੰਹ ਨਹੀਂ ਦੇਖਣਾ ਪੈਂਦਾ ਸੀ। ਉਹ ਸਾਰੀਆਂ ਆਪਸ ਵਿੱਚ ਹੱਸਦੀਆਂ ਬੋਲਦੀਆਂ, ਆਪਣਾ ਦੁੱਖ ਸੁੱਖ ਵੰਡਦੀਆਂ ਤੇ ਸਮਾਜ ਲਈ ਵੀ ਯੋਗਦਾਨ ਕਰਦੀਆਂ। ਦਰਅਸਲ ਉਹਨਾਂ ਸਾਰੀਆਂ ਬੁੱਢੀਆਂ ਤੀਵੀਆਂ ਨੂੰ ਵੀ ਕੋਈ ਚਾਹੀਦਾ ਸੀ ਜਿਸ ਨਾਲ ਉਹ ਗੱਲ ਕਰ ਸਕਣ, ਜੋ ਉਹਨਾਂ ਦਾ ਹਾਲ ਪੁੱਛ ਸਕੇ। ਉਹ ਸਭ ਕੁਝ ਉਹਨਾਂ ਨੂੰ ਇੱਥੇ ਮਿਲ ਗਿਆ। ਹੌਲੀ-ਹੌਲੀ ਤੀਵੀਆਂ ਦੀ ਸੰਖਿਆ 15 ਹੋ ਗਈ। ਸ਼ਾਰਦਾ ਜੀ ਸਭ ਨੂੰ ਕੁਝ ਨਾ ਕੁਝ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਰਹਿੰਦੀ।
ਕੋਈ ਅਚਾਰ ਮੁਰੱਬਾ ਬਣਾਉਣਾ ਸਿਖਾ ਰਹੀ ਸੀ ਤਾਂ ਕੋਈ ਸਿਲਾਈ ਕਰਨਾ ਤੇ ਕਈ ਤੀਵੀਆਂ ਸ਼ਾਰਦਾ ਜੀ ਨਾਲ ਬੱਚਿਆਂ ਨੂੰ ਸੰਭਾਲਦੀਆਂ ਸੀ। ਉਹ ਸਾਰੀਆਂ ਔਰਤਾਂ ਪੂਰੇ ਇਲਾਕੇ ਵਿੱਚ ਜਾਣੀ ਜਾਣ ਲੱਗੀਆਂ। ਹੌਲੀ-ਹੌਲੀ ਉਹਨਾਂ ਦੀ ਪ੍ਰਸਿੱਧੀ ਇੰਨੀ ਵੱਧ ਗਈ ਕਿ ਪੂਰੇ ਸ਼ਹਿਰ ਦੇ ਲੋਕ ਉਹਨਾਂ ਨੂੰ ਸਨਮਾਨ ਦੇਣ ਲੱਗੇ। ਇੱਕ ਦਿਨ ਸੋਨੀਆ ਕਿਸੇ ਕੰਮ ਤੋਂ ਸ਼ਾਰਦਾ ਜੀ ਦੇ ਕੇਂਦਰ 'ਤੇ ਗਈ ਤਾਂ ਉੱਥੇ ਉਸਨੂੰ ਭਾਵਨਾ ਮਿਲੀ ਸੀ, ਜੋ ਆਪਣੇ ਬੱਚਿਆਂ ਨੂੰ ਲੈਣ ਆਈ ਸੀ। ਭਾਵਨਾ ਨੇ ਪੁੱਛਿਆ ਕਿ ਤੁਹਾਨੂੰ ਤਾਂ ਪਹਿਲਾਂ ਇੱਥੇ ਨਹੀਂ ਦੇਖਿਆ, ਤੁਸੀਂ ਕਿੱਥੇ ਰਹਿੰਦੇ ਹੋ? ਤਾਂ ਸੋਨੀਆ ਬੋਲੀ, ਮੈਂ ਇਸ ਕੇਂਦਰ ਦੀ ਸੰਚਾਲਕ ਸ਼ਾਰਦਾ ਜੀ ਦੀ ਨੂੰਹ ਹਾਂ। ਭਾਵਨਾ ਦੇ ਦਿਮਾਗ ਵਿੱਚ ਅਚਾਨਕ 8 ਮਹੀਨੇ ਪਹਿਲਾਂ ਪਾਰਕ ਵਿੱਚ ਸ਼ਾਰਦਾ ਜੀ ਨਾਲ ਹੋਈ ਕੋਈ ਗੱਲ ਯਾਦ ਆ ਗਈ, ਜਦੋਂ ਸ਼ਾਰਦਾ ਜੀ ਨੇ ਕਿਹਾ ਸੀ ਕਿ ਮੈਂ ਸੋਨੀਆ ਦੀ ਸੱਸ ਹਾਂ, ਜਿਸ ਦੀ ਆਪਣੀ ਪਹਿਚਾਣ ਇਸ ਸ਼ਹਿਰ ਵਿੱਚ ਕੇਵਲ ਇੰਨੀ ਹੀ ਸੀ। ਪਰ 8 ਮਹੀਨੇ ਵਿੱਚ ਉਹ ਪਹਿਚਾਣ ਬਦਲ ਗਈ ਸੀ। ਅੱਜ ਉਹਨਾਂ ਦੀ ਨੂੰਹ ਨੂੰ ਆਪਣੀ ਪਹਿਚਾਣ ਲਈ ਸ਼ਾਰਦਾ ਜੀ ਦੇ ਨਾਂ ਦੀ ਜ਼ਰੂਰਤ ਸੀ। ਅੱਜ ਸ਼ਾਰਦਾ ਜੀ ਨੇ ਸਾਬਿਤ ਕਰ ਦਿੱਤਾ ਸੀ ਕਿ ਉਮਰ ਤਾਂ ਕੇਵਲ ਇੱਕ ਸੰਖਿਆ ਹੈ ਤੇ ਜੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਜਜ਼ਬਾ ਮਨ ਵਿੱਚ ਹੋਵੇ ਤਾਂ ਸਾਰੀਆਂ ਮੁਸ਼ਕਿਲਾਂ ਵੀ ਛੋਟੀਆਂ ਪੈ ਜਾਂਦੀਆਂ ਹਨ। ਤੇ ਅੱਜ ਦੀ ਜਵਾਨ ਪੀੜ੍ਹੀ ਸ਼ਾਰਦਾ ਜੀ ਦੇ ਮੁੰਡੇ ਪ੍ਰਮੋਦ ਦੀ ਤਰ੍ਹਾਂ ਆਪਣੇ ਬਜ਼ੁਰਗਾਂ ਦਾ ਸਾਥ ਦੇਵੇ ਤਾਂ ਉਹ ਵੀ ਪ੍ਰੇਰਨਾ ਦੀ ਇੱਕ ਨਵੀਂ ਮਿਸਾਲ ਕਾਇਮ ਕਰ ਸਕਦੇ ਹਨ। ਇੱਕ ਛੋਟੇ ਜਿਹੇ ਕਦਮ ਨਾਲ ਸਾਡੇ ਬਜ਼ੁਰਗਾਂ ਦਾ ਬੁਢਾਪਾ ਸਾਰਥਕ ਹੋ ਜਾਵੇਗਾ। ਧੰਨਵਾਦ ਜੀ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।